ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਗ੍ਰੰਥ ਸਾਹਿਬ ਸਤਿਗੁਰੂ ਜੀ ਦੇ ਪਾਵਨ ਦਰਬਾਰ ਦੀਆਂ ਹਾਜ਼ਰੀਆਂ ਭਰ ਰਹੀ ਗੁਰੂ ਸਵਾਰੀ ਸਾਧ ਸੰਗਤ ਜੀਓ, ਅਕਾਲ ਪੁਰਖ ਵਾਹਿਗੁਰੂ ਜੀ ਨੇ ਬਖਸ਼ਿਸ਼ ਕੀਤੀ ਹੈ ਸਤ ਸੰਗਤ ਰੂਪ ਵਿੱਚ ਸੱਜ ਕੇ ਬੜੇ ਪ੍ਰੇਮ ਇਕਾਗਰਤਾ ਸਹਿਤ ਆਪ ਜੀ ਨੇ ਗੁਰੂ ਮਹਾਰਾਜ ਦੀ ਪਾਵਨ ਬਾਣੀ ਦੇ ਪਾਠ ਅਤੇ ਕੀਰਤਨ ਨੂੰ ਗੁਰੂ ਸਵਾਰਿਆਂ ਪਾਸੋਂ ਸ਼ਰਵਣ ਕੀਤੇ ਹਨ। ਨੌਵੇਂ ਪਾਤਸ਼ਾਹ ਧੰਨ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉਚਾਰਨ ਕੀਤੇ ਹੋਏ ਪਾਵਨ ਸ਼ਲੋਕ, ਸਤਿਗੁਰੂ ਦੇ ਪਾਵਨ ਉਪਦੇਸ਼ ਨੂੰ ਆਪਾਂ ਨਿਤਾ ਪ੍ਰਤੀ ਦੀਵਾਨਾਂ ਵਿੱਚ ਵਿਚਾਰਨ ਦਾ ਯਤਨ ਕਰ ਰਹੇ ਹਾਂ। ਕੱਲ੍ਹ ਦੇ ਦੀਵਾਨ ਵਿੱਚ ਜਿਨ੍ਹਾਂ 4 ਸ਼ਲੋਕਾਂ ਦੀ ਆਪਾਂ ਵਿਚਾਰ ਸਾਂਝੀ ਕੀਤੀ ਹੈ, ਜਿਸ ਵਿੱਚ ਮਹਾਰਾਜ ਨੇ ਸੱਚੇ ਵੈਰਾਗ ਅਤੇ ਸੱਚੀ ਉਦਾਸ ਬਿਰਤੀ ਦੀ ਬਾਕਮਾਲ ਡੈਫੀਨੇਸ਼ਨ ਪਰਿਭਾਸ਼ਾ ਜਿਹੜੀ ਹੈ ਉਹ ਆਪਣੇ ਪਾਵਨ ਸ਼ਲੋਕਾਂ ਵਿੱਚ ਸਾਡੇ ਸਨਮੁਖ ਰੱਖੀ ਹੈ। ਗੁਰੂ ਸਾਹਿਬ ਸੱਚੇ ਪਾਤਸ਼ਾਹ ਨੇ ਜਿਹ ਵਿਖਿਆ ਸਗਲੀ ਤਜੀ ਲੀਓ ਭੇਖ ਬੈਰਾਗ, ਅਤੇ ਇਸ ਦੇ ਨਾਲ ਹੀ ਜਿਹ ਮਾਇਆ ਮਮਤਾ ਤਜੀ ਸਭ ਤੇ ਭਇਓ ਉਦਾਸ। ਬੈਰਾਗ ਸ਼ਬਦ ਦਾ ਭਾਵ ਹੈ ਰਾਗ, ਪ੍ਰੇਮ ਤੋਂ ਰਹਿਤ ਹੋਣਾ, ਪਰ ਕਿਸ ਚੀਜ਼ ਦੇ ਪ੍ਰੇਮ ਜਾਲ ਵਿੱਚ ਨਹੀਂ ਫਸਣਾ ਹੈ। ਵਿਖਿਆ ਵਿਸ਼ੇ ਵਿਕਾਰ ਦੀ ਮੁਹੱਬਤ ਨਹੀਂ ਮੰਨਣੀ ਹੈ। ਉਦਾਸ ਕਿਸ ਚੀਜ਼ ਤੋਂ ਰਹਿਣਾ ਹੈ। ਉਪਰਾਮ ਤਿਆਗੀ ਕਿਹੜੀ ਵਸਤੂ ਦੇ ਬਣਨਾ ਹੈ। ਮਮਤਾ, ਮਮਤਵ ਦਾ ਭਾਵ ਮੈਂ ਮੇਰੀ ਦੀ ਭਾਵਨਾ। ਸਤਿਗੁਰੂ ਮਹਾਰਾਜ ਨੇ ਇਸ ਦੇ ਨਾਲ ਹੀ ਜਿਹੜਾ ਜੀਵ ਆਪਣੀ ਹਉ ਤੋਂ ਮੁਕਤ ਹੋ ਜਾਂਦਾ ਹੈ ਅਤੇ ਇਸ ਸਮੁੱਚੇ ਪਸਾਰੇ ਵਿੱਚੋਂ ਕਰਤੇ ਨੂੰ ਪਛਾਣਦਾ ਹੈ, ਅਜਿਹੇ ਜੀਵ ਨੂੰ ਸਤਿਗੁਰੂ ਮਹਾਰਾਜ ਨੇ ਤੇਹ ਘਟ ਬ੍ਰਹਮ ਨਿਵਾਸ, ਉਸ ਦੇ ਹਿਰਦੇ ਵਿੱਚ ਪਰਮੇਸ਼ਰ ਅਕਾਲ ਪੁਰਖ ਦਾ ਵਾਸਾ ਹੈ। ਜਾਨੀ ਕਿ ਉਹ ਆਪਣੇ ਵਜੂਦ ਵਿੱਚੋਂ ਹੀ ਆਪਣੇ ਕਰਤੇ ਨੂੰ, ਪਰਮੇਸ਼ਰ ਨੂੰ ਪਛਾਣ ਲੈਂਦਾ ਹੈ। ਸਤਿਗੁਰੂ ਮਹਾਰਾਜ ਅਗਲੇਰੇ ਸ਼ਲੋਕ ਵਿੱਚ ਬਖਸ਼ਿਸ਼ ਕਰਦੇ ਨੇ, ਜਿਹਬਾ ਗੁਣ ਗੋਬਿੰਦ ਭਜਹੁ ਕਰਨ ਸੁਨਹੁ ਹਰ ਨਾਮ, ਕਹੋ ਨਾਨਕ ਸੁਨ ਰੇ ਮਨਾ ਪਰਹਿ ਨਾ ਜਮ ਕੈ ਧਾਮ। ਜਿਹਬਾ ਤੋਂ ਭਾਵ ਹੈ ਜ਼ਬਾਨ, ਰਸਨਾ, ਜੀਭ। ਜਿਹਬਾ ਗੁਣ ਗੋਬਿੰਦ ਭਜੋ, ਗੋਬਿੰਦ ਸ੍ਰਿਸ਼ਟੀ ਦੇ ਸਿਰਜਕ ਕਰਤੇ ਦੇ ਗੁਣਾਂ ਨੂੰ ਭਜੋ, ਉਚਾਰਨ ਕਰੋ। ਇਹਨੂੰ ਦੂਜੇ ਸ਼ਬਦਾਂ ਵਿੱਚ ਇਹ ਕਿਹਾ ਜਾਂਦਾ ਹੈ ਭਾਵ ਵਿੱਚ ਕਿ ਕਿਸੇ ਚੀਜ਼ ਨੂੰ ਜਦੋਂ ਅਸੀਂ ਕਹਿੰਦੇ ਹਾਂ ਤਾਂ ਇਹਦਾ ਭਾਵ ਹੁੰਦਾ ਹੈ ਅਸੀਂ ਅਸੈਪਟ ਕਰਦੇ ਹਾਂ, ਪ੍ਰਵਾਨ ਕਰਦੇ ਹਾਂ। ਯਥਾ ਮਹਾਰਾਜ ਨੇ ਬਾਣੀ ਵਿੱਚ ਫਰਮਾਇਆ, ਰਸਨਾ ਗੁਣ ਗੋਪਾਲ ਨਿਧ ਗਾਇਣ, ਸ਼ਾਂਤ ਸਹਜ ਰਹਸ ਮਨ ਉਪਜਿਓ ਸਗਲੇ ਦੁਖ ਪਲਾਇਣ। ਮਹਾਰਾਜ ਨੇ ਜਿੱਥੇ ਵੀ ਰਸਨਾ ਦੀ ਗੱਲ, ਸ਼ਰਵਣਾ ਦੀ ਭਾਵ ਕੰਨਾਂ ਦੀ ਗੱਲ ਕੀਤੀ ਹੈ, ਇਹਦਾ ਭਾਵ ਹੈ ਵੀ ਆਪਣੇ ਗਿਆਨ ਇੰਦਰੀਆਂ ਨੂੰ, ਭਾਵੇਂ ਸਤਿਗੁਰੂ ਕਈ ਵਾਰ ਵੱਖਰੇ ਵੱਖਰੇ ਤੌਰ 'ਤੇ ਵੀ ਜ਼ਿਕਰ, ਕਿਤੇ ਜ਼ੁਬਾਨ ਦਾ ਜ਼ਿਕਰ ਕਰ ਦੇਣਗੇ, ਕਿਤੇ ਕੰਨਾਂ ਦੀ ਗੱਲ ਕਰਨਗੇ, ਕਿਤੇ ਹੱਥਾਂ ਦੀ ਗੱਲ ਕਰਨਗੇ, ਕਿਤੇ ਸਤਿਗੁਰੂ ਇਹ ਕਹਿਣਗੇ ਆਪਣੀਆਂ ਅੱਖਾਂ ਨਾਲ ਇਸ ਤਰ੍ਹਾਂ ਨਾ ਵੇਖੋ, ਇਸ ਤਰ੍ਹਾਂ ਵੇਖੋ। ਇਹਦਾ ਸਮੁੱਚਾ ਭਾਵ ਇਹ ਹੁੰਦਾ ਹੈ ਕਿ ਆਪਣੇ ਗਿਆਨ ਇੰਦਰੀ ਜਿਹੜੇ ਨੇ ਉਹਨਾਂ ਨੂੰ ਸਹੀ ਦਿਸ਼ਾ ਵਿੱਚ ਲਾਓ, ਕੁਰਾਹੇ ਨਾ ਪਾਓ। ਇੱਕ ਚੀਜ਼ ਦਾ ਇੱਕ ਬੜਾ ਬਾਕਮਾਲ ਨੁਕਤਾ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਹੈ ਵੀ ਸਾਡਾ ਮਨ ਅਤੇ ਸਾਡੇ ਪੰਜੇ ਗਿਆਨ ਇੰਦਰੇ ਆਪਸ ਵਿੱਚ ਜੁੜੇ ਹੋਏ ਨੇ। ਵੈਸੇ ਗੁਰਬਾਣੀ ਵਿੱਚ ਮਨ ਨੂੰ 6ਵਾਂ ਇੰਦਰਾ ਵੀ ਕਿਤੇ ਨਾ ਕਿਤੇ ਪ੍ਰਵਾਨ ਕੀਤਾ ਗਿਆ। ਅਸੀਂ ਆਮ ਰੂਪ ਵਿੱਚ 5 ਗਿਆਨ ਇੰਦਰੇ ਮੰਨਦੇ ਹਾਂ, ਪਰ ਮਨ ਨੂੰ ਵੀ ਸਤਿਗੁਰੂ ਮਹਾਰਾਜ ਨੇ 6ਵੇਂ ਗਿਆਨ ਇੰਦਰੇ ਵਜੋਂ ਵੀ ਬਾਣੀ ਵਿੱਚ ਬਿਆਨ ਕੀਤਾ। ਕਬੀਰ ਸਾਹਿਬ ਨੇ ਆਪਣੇ ਸ਼ਬਦ ਵਿੱਚ
सतगुरु सच्चे पातशाह का ये कहण का भाव ये है कि साडे मन अंदर उपजते हुए ख्याल जिहड़े ने वो साडे ज्ञान इंद्रिय नूं इंप्लीमेंट करदे। मन विच कोई भाव आया तो अख उवें ही वेखेगी, ਕੰਨ ਉਹੋ ਜਿਹੀ बोली सुनना पसंद करनगे, ਜ਼ਬਾਨ उस तरह बोलेगी, उस तरह असीं महसूस करांगे हर चीज़। पर दूजा पक्ष ये भी है भी ਜਿਹੜੇ ਗਿਆਨ ਇੰਦਰੇ जो कुछ कमाई करते जाते हैं, मन की दशा फिर वो पक्की होंदी जाती है उस रूप में। यानी कि दोवें ही ਗਿਆਨ इंद्रे ते मन जिहड़ा है, साडियां इंद्रियां जिहड़ियां ने ते मन जिहड़े ने वो पैरालल सफ़र करते हैं, बराबर बराबर। दोवां दा एक दूजे उत्ते इफैक्ट पैंदा, प्रभाव पैंदा। हुण जिहड़ा मन है, मन की अपने पद्धर ते प्रैक्टिस है, अभ्यास है। साडे शरीर का अपने पद्धर ते अभ्यास है, और शरीर के अभ्यास का सब तो वड्डा जिहड़ा जरिया जां साधन है वो साडे इंद्रिय, अखां नाल वेखना। क्योंकि बाहर का जो कुछ भी आभास ज्ञान सानू हो रहा है वो सानू साडे ज्ञान इंद्रियां राही हो रहा है। एक व्यक्ति ने बड़ी बाकमाल उदाहरण दी। वो कहता है एक मनुख एक फलों वाली दुकान पर गया। सब तो पहला उसने अपनी अख नाल उत्ते पए हुए फलों नूं वेख्या। जिथों उसनूं पता लग्या भी ये फलों की दुकान है, अख ने उसनूं ये ज्ञान दिता भी इत्थे की है, विखाई दिता। फिर अगला कारण, जदों नेड़े गया तो उसने उस फल नूं अपने हाथ नाल छुया, वेख्या भी पक्का है कि कच्चा है जां किहो जिहा है। हुणे हो गया स्पर्श चमड़ी दे नाल। तीजा, उसने दुकानदार नाल गल कीती उहदा रेट तय करने वास्ते, इहदा की मुੱਲ है, इहनूं मैं खरीद सकदा, किवें है। तीजा ज्ञान इंद्रा इनवॉल्व हो गया, जबान। ख्याल विच रखिए, पहला ज्ञान इंद्रा सी अखां, जिन्हां नाल वेख्या पछाण आई। दूजा सी स्पर्श, हत्थां नाल छुया चमड़ी नाल। ते तीजा जबान नाल उस बंदे नाल गल कीती। चौथा, फिर उसनूं कई बार तुसीं वेख्या बंदा फ्रूट फल कोई ऐसी चीज़ खरीदा तो उन्होंने अपने नक दे नेड़े लै जाता है सूंघण वास्ते, वेखण वास्ते भी ये पक्का है कि कच्चा है। ये भी उसकी परख का एक हिस्सा होंदा। ते पंजवां, उसने फिर उसनूं खा के जबान दे राहीं उसनूं खा के फिर उसका स्वाद आनंद लाहा प्राप्त किया। यानी कि एक चीज़ नाल साडे सारे ही ज्ञान इंद्रे इनवॉल्व हो गए। उन्होंने अपने अपने पद्धर ते जानकारी ज्ञान सोझी इकट्ठी करके साडी सुरत तक पहुँचाई कि साडे अंदर जिहड़ी सी उस चीज़ के प्रति चेतना पैदा हो गई। हुण गुरु ग्रंथ साहिब महाराज पातशाह जी इसे नूं कहिंदे ने अपनी मुबारक बाणी विच भी साडा जिहड़ा मन है ते इंद्रे ने पैरालल बराबर अपना अपना काम करदे ने। प्रैक्टिस सारी साडे शरीर दे ना इंद्रियां राही होनी। तो जे मनुख का अभ्यास कुराए पिया होया तो वह जीवन उस तरह का ही डिवेलप होएगा, जां उस तरह का ही वह किरदार बनेगा जिस तरह का वह अभ्यास है। इसे ली सतगुरु महाराज ने करणी नूं उत्तम किया, क्योंकि करणी मनुख अभ्यास मनुख के जीवन नूं घड़दा है। ज्ञान है कारण कर्म अभ्यास, कर्म का अभ्यास मनुख नूं किसी मंजिल ते लैके जाता है। हुण मान लो सधारण तरीके नाल भी मनुख ने कोई दुनिया का हुनर सीखना है तो उसनूं फिजिकली उहदे विच इनवॉल्व होना पएगा। मन की इच्छा शक्ति भी होवे ते शरीर की इनवॉल्वमेंट भी होवे, शमूलीयत भी होवे। दोवें चीज़ां बराबर काम करनगियां। कुछ चीज़ां उहनूं मन के पद्धर ते सीखणियां पैणगियां ते कुछ दा अभ्यास जिहड़ा है वो शरीर राहीं करना पएगा। इसे तरह सतगुरु महाराज जदों बाणी विच कहिंदे ने भी हे मनुख अपनी जिहबा अपनी रसना नाल परमेश्वर दे गुण गा, भाव नूं असैप्ट कर, प्रवान कर। अपनी जबान तो ऐसे बोल बोल जिहड़े परमेश्वरी प्यार नाल रब्बी गुणा नाल भिजे होए होण। फिर सतगुरु महाराज कहिंदे ने करन सुनो हर नाम। और जे बेसिक तौर पर वेखीए तो साडा जीवन असी बोलना तो मगरों शुरू करते हैं, पहला सुनते हैं। निश्चय तौर पर जमांदरू रूप में जिहड़ा बच्चा बोला होवे वो गूंगा भी हुंदा है। जिस बच्चे की स्रोत काम ना करे वो बोल नहीं सकता।
क्योंकि बोलना उन्हें वो है जो उन्हें सुनना है। किसी एक वक्री भाषा बोलने वाले परिवार में पैदा होया बच्चा जिहड़ा है ना, उन्होंने तुसीं किसी दूजी भाषा बोलने वाले परिवार में छड़ दिओ, जो वो सुनेगा वो भाषा, वो अपनी मादरी भाषा माँ बोली नहीं बोलेगा, वो बोलेगा जो उन्होंने सुनाया गया, उन्हें अपनी जबान तो वही बोली बोलनी। ਇਹਦਾ ਭਾਵ ਹੈ ਵੀ ਜੋ ਸੁਣਦਾ ਹੈ ਉਹਦੀ ਸੁਰਤ ਦੇ ਰਾਹੀਂ ਉਹੀ ਉਹਦੀ ਜ਼ਬਾਨ ਦੀ ਬੋਲੀ ਤੇ ਉਹਦੀ ਭਾਸ਼ਾ ਬਣ ਜਾਂਦੀ। ਸਾਡੇ ਜੀਵਨ ਦਾ ਆਰੰਭ ਜਿਹੜਾ ਹੈ ਬੋਲਣਾ ਅਸੀਂ ਬਾਅਦ ਵਿੱਚ ਸ਼ੁਰੂ ਕੀਤਾ ਹੈ। ਸ਼ਬਦ, ਅੱਖਰ, ਬੋਲੀ, ਭਾਸ਼ਾ ਇਤਿਆਦਿਕ ਮਗਰੋਂ ਗ੍ਰਹਿਣ ਕੀਤਾ। ਕਿੱਥੋਂ ਗ੍ਰਹਿਣ ਕੀਤਾ? ਸੁਣ ਕੇ। ਸਤਿਗੁਰੂ ਸੱਚੇ ਪਾਤਸ਼ਾਹ ਮਹਾਰਾਜ ਨੇ ਕਿਹਾ ਵੀ ਜੇ ਤੁਹਾਡੀ ਜਿਹੋ ਜਿਹੀ ਸਰੋਤ ਹੋਏਗੀ, ਜੋ ਤੁਸੀਂ ਮੈਂ ਆਪਣੇ ਅੰਦਰ ਜੋ ਤੁਸੀਂ ਸੁਣਦੇ ਹੋ। ਪਰ ਵੈਸੇ ਵੀ ਜੀਵਨ ਦਾ ਇੱਕ ਬੜਾ ਅਹਿਮ ਨੁਕਤਾ ਹੈ, ਕਈ ਵਾਰ ਨਾ ਤੁਸੀਂ ਗੱਲ ਨੂੰ ਸੁਣ ਲਓ, ਪੂਰੀ ਗੱਲ ਨੂੰ ਸੁਣ ਲਓ ਤਾਂ ਹੋ ਸਕਦਾ ਤੁਹਾਨੂੰ ਬਹੁਤਾ ਬੋਲਣ ਦੀ ਲੋੜ ਨਾ ਰਹਿ ਜਾਏ। ਕਈ ਵਾਰ ਆਪਾਂ ਵੇਖਦੇ ਹਾਂ, ਕਈ ਵਾਰ ਸਾਨੂੰ ਬੋਲਣ ਦੀ ਬੜੀ ਕਾਹਲੀ ਹੁੰਦੀ ਹੈ ਤੇ ਅਗਲਾ ਮਨੁੱਖ ਕਹਿੰਦਾ ਵੀ ਤੂੰ ਮੇਰੀ ਪੂਰੀ ਗੱਲ ਸੁਣ ਲਈ ਨਾ, ਇਹੀ ਗੱਲ ਮੈਂ ਕਹਿਣ ਲੱਗਿਆ ਸੀ, ਤੂੰ ਕਾਹਲਾ ਪੈ ਗਿਆ। ਕਿਉਂਕਿ ਸੁਣ ਲਈ ਧੀਰਜ ਚਾਹੀਦਾ, ਸੁਣ ਲਈ ਟਿਕਾਓ ਚਾਹੀਦਾ। ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਪਾਤਸ਼ਾਹ ਨੇ ਜਪ ਬਾਣੀ ਵਿੱਚ, ਜਿਹਨੂੰ ਆਪਾਂ ਅਦਬ ਨਾਲ ਜਪਜੀ ਸਾਹਿਬ ਕਹਿੰਦੇ, ਉਹਦੇ ਵਿੱਚ 4 ਪੌੜੀਆਂ ਦੇ ਅਖੀਰ ਤੇ ਇਹੀ ਗੱਲ ਕਹੀ, ਸੁਣੈ ਦੁਖ ਪਾਪ ਕਾ ਨਾਸ। ਸੁਣਨ ਦਾ ਮਤਲਬ ਹੈ ਇਹ ਕੰਨ ਜਿਹੜੇ ਨੇ ਟੂਲ ਨੇ, ਇਹਨਾਂ ਦੇ ਰਾਹੀਂ ਜੋ ਆਵਾਜ਼ ਸਾਡੇ ਅੰਤਰ ਆਤਮੇ 'ਚ ਜਾਂਦੀ ਹੈ ਉਹ ਸਾਡੀ ਸੁਰਤ ਦਾ ਭਾਗ ਬਣੇ, ਸਾਡੇ ਧਿਆਨ ਦਾ ਹਿੱਸਾ ਬਣੇ। ਤੋ ਮਹਾਰਾਜ ਕਹਿੰਦੇ ਨੇ ਕਰਨ ਸੁਣੋ ਹਰ ਨਾਮ, ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਉਸ ਦੇ ਹੋਂਦ ਦਾ ਅਹਿਸਾਸ ਕਰਨ ਵਾਲੇ ਬੋਲ ਸੁਣੋ, ਭਾਵੇਂ ਨੂੰ ਸਰੋਤ ਦਾ ਹਿੱਸਾ ਬਣਾਓ। ਕੀ ਹੋਏਗਾ ਇਸ ਨਾਲ? ਮਹਾਰਾਜ ਕਹਿੰਦੇ ਕਹੋ ਨਾਨਕ ਸੁਨ ਰੇ ਮਨਾ, ਹੇ ਮੇਰੇ ਮਨਾ ਸੁਣ, ਪਰੈ ਨਾ ਜਮ ਕੈ ਧਾਮ। ਜਿਹੜੇ ਜੀਵ ਇਸ ਤਰ੍ਹਾਂ ਕਰਦੇ ਹਨ ਉਹ ਜਮਾ ਦੀ ਪੁਰੀ ਦੇ ਵਾਸੀ ਨਹੀਂ ਬਣਦੇ। ਧਾਮ ਦਾ ਮਤਲਬ ਹੁੰਦਾ ਹੈ ਗ੍ਰਹਿ, ਘਰ, ਟਿਕਾਣਾ, ਥਾਂ, ਜਗ੍ਹਾ। ਤੇ ਜਮ ਸ਼ਬਦ ਦਾ ਇੱਥੇ ਖਾਸ ਭਾਵ ਉਪਰੋਕਤ ਪੰਕਤੀਆਂ ਨੂੰ ਸਨਮੁਖ ਰੱਖਦਿਆਂ ਹੋਇਆਂ, ਜਿੱਥੇ ਸਤਿਗੁਰੂ ਲੋਭ ਮੋਹ ਅਭਿਮਾਨ ਦੀ ਗੱਲ ਕਰਦੇ ਨੇ, ਮਮਤਾ ਦੀ ਗੱਲ ਕਰਦੇ ਨੇ, ਵਿਖਿਆ ਦੀ ਗੱਲ ਕਰਦੇ ਨੇ। ਇੱਕ ਸ਼ਬਦ ਗੁਰਬਾਣੀ ਵਿੱਚ ਆਉਂਦਾ, ਇਹ ਪ੍ਰਚਲਿਤ ਅਰਥਾਂ 'ਚ ਉਸ ਜਮਦੂਤ ਲਈ ਵੀ ਆਉਂਦਾ ਹੈ ਜਿਹਦੀ ਵਿਆਖਿਆ ਪੁਰਾਣ ਕਰਦੇ ਨੇ। ਤੇ ਜਮਦੂਤ ਦਾ ਮਤਲਬ ਹੁੰਦਾ ਹੈ ਵੀ ਦੂਤ ਸੁਨੇਹਾ ਲੈ ਕੇ ਆਉਣ ਵਾਲੇ। ਜਮ ਦੇ ਉਹ ਦੂਤ ਜਿਹੜੇ ਮੌਤ ਦਾ ਸੁਨੇਹਾ ਲੈ ਕੇ ਤੁਹਾਡੇ ਤੱਕ ਪਹੁੰਚਦੇ ਹਨ, ਆਤਮਕ ਮੌਤ ਦਾ ਸੁਨੇਹਾ ਲੈ ਕੇ ਆਉਣ ਵਾਲੇ ਹਨ। ਵਿਸ਼ੇ ਵਿਕਾਰ, ਜਿਹੜਾ ਵਿਕਾਰ ਤੁਹਾਡੇ ਜੀਵਨ 'ਚ ਹਾਵੀ ਹੋ ਗਿਆ, ਸਮਝੋ ਆਤਮਕ ਮੌਤ ਦਾ ਸਿਗਨਲ ਹੈ, ਸੁਨੇਹਾ ਹੈ। ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਉਹ ਫਿਰ ਜਮਾਂ ਦੇ ਧਾਮ, ਵਿਸ਼ੇ ਵਿਕਾਰਾਂ ਦੇ ਘਰ ਦੇ ਵਾਸੀ ਨਹੀਂ ਬਣਦੇ, ਅਵਗੁਣਾਂ ਵਿੱਚ ਨਹੀਂ ਵੱਜਦੇ। ਸਤਿਗੁਰੂ ਪਾਤਸ਼ਾਹ ਫਰਮਾਉਂਦੇ ਨੇ ਜੋ ਪ੍ਰਾਨੀ ਮਮਤਾ ਤਜੈ, ਲੋਭ ਮੋਹ ਅਹੰਕਾਰ, ਕਹੋ ਨਾਨਕ ਆਪਨ ਤਰੈ, ਔਰਨ ਲੇਤ ਉਧਾਰ। ਜਿਹੜਾ ਵੀ ਮਨੁੱਖ, ਜੋ ਪ੍ਰਾਨੀ ਮਮਤਾ ਤਜੈ, ਮਮਤਵ ਦਾ ਭਾਵ ਮੈਂ ਮੇਰੀ ਦੀ ਭਾਵਨਾ, ਵੀ ਮੈਂ ਹੀ ਹਾਂ, ਮੇਰਾ ਹੀ ਸਭੋ ਕੁਝ ਹੋਵੇ, ਮੇਰਾ ਹੀ ਕੰਟਰੋਲ ਹੋਵੇ, ਮੇਰਾ ਹੀ ਸਾਰਾ, ਹਰ ਇੱਕ ਚੀਜ਼ ਦੇ ਪ੍ਰਤੀ ਜੋ ਮਮਤਵ ਦਾ ਭਾਵ ਹੈ ਵੀ ਮੈਂ ਹਾਂ ਤੇ ਕੇਵਲ ਮੈਂ ਹਾਂ, ਸਭ ਕੁਝ ਮੇਰਾ ਹੈ। ਉਹ ਜਿਹੜੀ ਇੱਕ ਪਕੜ ਬਣ ਗਈ ਅੰਦਰ, ਜਦੋਂ ਇਹ ਪਕੜ ਬਣ ਗਈ ਤੇ ਫਿਰ ਉਸ ਚੀਜ਼ ਨੂੰ ਤਿਆਗਣਾ ਤੇ ਛੱਡਣਾ ਬੜਾ ਕਠਿਨ ਹੋ ਜਾਏਗਾ। ਜਦੋਂ ਹਾਲਾਤ ਤੇ ਸਮੇਂ ਦੇ ਮੁਤਾਬਕ ਉਹ ਚੀਜ਼ ਤੋਂ ਦੂਰੀ ਬਣੇਗੀ, ਕੁਦਰਤੀ ਕਾਨੂੰਨ ਮੁਤਾਬਕ, ਤੇ ਸਭ ਤੋਂ ਵੱਧ ਤਕਲੀਫ ਹੀ ਹੋਏਗੀ, ਕਿਉਂਕਿ ਪਕੜ ਜਿੰਨੀ ਮਜ਼ਬੂਤ ਹੈ, ਛੱਡਣਾ ਉਨਾ ਹੀ ਉਸ ਚੀਜ਼ ਨੂੰ ਔਖਾ ਹੈ। ਤੋ ਸਤਿਗੁਰੂ ਮਹਾਰਾਜ ਇਹਨੂੰ ਕਹਿੰਦੇ ਨੇ ਜੋ ਪ੍ਰਾਨੀ ਮਮਤਾ ਤਜੈ, ਐਸੀ ਗੈਰ ਕੁਦਰਤੀ ਜਿਹੜੀ ਹੈ ਪਕੜ ਤਿਆਗ ਦਿੰਦਾ ਹੈ। ਸਤਿਗੁਰੂ ਮਹਾਰਾਜ ਆਖਦੇ ਨੇ ਲੋਭ ਮੋਹ ਅਹੰਕਾਰ, ਤੇ ਹੋਰ ਕੀ ਕੀ ਤਜਦਾ ਹੈ, ਕੀ ਕੀ ਤਿਆਗਦਾ? ਲੋਭ, ਲਾਲਸਾਵਾਂ, ਮੋਹ,
ਉਹ ਪਕੜ ਜਿਹੜੀ ਸਾਡੇ ਜੀਵਨ ਨੂੰ ਤਕਲੀਫ ਦਿੰਦੀ ਹੈ ਵਿਛੋੜੇ ਵਿੱਚ। ਅਹੰਕਾਰ ਦਾ ਮਤਲਬ ਹੈ ਹਉਮੈ, ਮੈਂ ਹੀ ਹਾਂ, ਜਿਸ ਨੂੰ ਅਹੰ ਰੋਗ ਵੀ ਗੁਰਬਾਣੀ 'ਚ ਕਿਹਾ ਗਿਆ। ਹਜ਼ੂਰ ਕਹਿੰਦੇ ਕਹੋ ਨਾਨਕ ਆਪਨ ਤਰੈ, ਉਹ ਆਦਰਸ਼ਕ ਜੀਵਨ ਬਣ ਜਾਂਦਾ, ਐਸਾ ਮਿਆਰੀ ਜੀਵਨ ਜਿਹੜਾ ਆਪ ਵੀ ਆਪਣਾ ਭਲਾ ਕਰਦਾ, ਆਪ ਵੀ ਤਰਦਾ, ਔਰਨ ਲੈ ਤੇ ਉਧਾਰ, ਹੋਰਨਾਂ ਦੇ ਉਧਾਰ ਦਾ, ਹੋਰਨਾਂ ਦੇ ਭਲੇ ਦਾ, ਹੋਰਨਾਂ ਦੇ ਬਚਣ ਦਾ ਵੀ ਉਹ ਮਨੁੱਖ ਸਾਧਨ ਬਣ ਜਾਂਦਾ। ਬਾਬਾ ਸ਼ੇਖ ਫਰੀਦ ਸਾਹਿਬ ਦੇ ਸ਼ਬਦ ਵਿੱਚ ਇੱਕ ਪੰਕਤੀ ਆਉਂਦੀ ਹੈ, ਮੈਂ ਅੱਗੇ ਵੀ ਸਾਂਝੀ ਕੀਤੀ ਸੀ, ਵੀ ਨਦੀ ਦੇ ਘਾਟ ਤੋਂ ਕਿਸੇ ਨੇ ਪਾਰ ਲੰਘਣਾ ਤੇ ਉਹਨਾਂ ਕਿੰਨੇ ਸਾਰੇ ਨੌਜਵਾਨਾਂ ਵਿੱਚ ਇੱਕ ਕਮਜ਼ੋਰ ਦਿਲ ਵਾਲਾ ਵੀ ਹੈ, ਉਹਨੂੰ ਲੱਗਿਆ ਵੀ ਮੈਂ ਡੁੱਬ ਜਾਣਾ। ਹੁਣ ਜੇ ਉਹ ਇਕੱਲਾ ਹੁੰਦਾ ਤੇ ਕਦੇ ਉਹਨੇ ਰਿਸਕ ਨਹੀਂ ਸੀ ਲੈਣਾ। ਉਹਦੇ 'ਚ ਹੁਨਰ ਸੀ ਵੀ ਉਹ ਤਰ ਸਕਦਾ ਸੀ, ਪਰ ਹੌਸਲਾਹੀਨ ਹੈ, ਕੌਨਫੀਡੈਂਸ ਨਹੀਂ, ਭਰੋਸਾ ਨਹੀਂ, ਸਵੈ ਵਿਸ਼ਵਾਸ ਨਹੀਂ। ਉਹਨੂੰ ਲੱਗਿਆ ਵੀ ਖਤਰਾ ਜ਼ਿਆਦਾ। ਹੁਣ ਜਦੋਂ ਇੱਕ ਤਰਿਆ, ਦੂਜਾ ਲੰਘਿਆ, ਤੀਜਾ ਠਿੱਲਿਆ, ਉਹਨੂੰ ਲੱਗਿਆ ਵੀ ਮੈਂ ਵੀ ਕੋਸ਼ਿਸ਼ ਕਰਾਂ। ਇੱਕ ਤਾਂ ਇਹ ਕਿ ਜੇ ਇਹ ਤਰ ਸਕਦੇ ਨੇ, ਮੈਂ ਕਿਉਂ ਨਹੀਂ ਤਰ ਸਕਦਾ, ਤੇ ਦੂਜੀ ਉਹਦੇ ਅੰਦਰ ਇਹ ਵੀ ਯਕੀਨ ਵੱਜ ਗਿਆ ਵੀ ਮੇਰੇ ਨਾਲ ਇਹ ਹੈਗੇ ਨੇ, ਜੇ ਕਿਤੇ ਔਂਕੜ ਆ ਗਈ, ਮੁਸ਼ਕਲ ਆ ਗਈ ਤੇ ਮੇਰੀ ਮਦਦ ਕਰਨਗੇ ਜ਼ਰੂਰ। ਹੁਣ ਉਹ ਮਨੁੱਖਾਂ ਦਾ ਗੁਣ ਜਿਹੜਾ ਉਹ ਦੂਜੇ ਦੇ ਜੀਵਨ ਦਾ ਵੀ ਆਸਰਾ ਬਣ ਗਿਆ। ਗੁਣ ਇੱਕ ਦਾ ਹੈ, ਆਸਰਾ ਦੂਜੇ ਦਾ ਬਣ ਗਿਆ। ਜਿਵੇਂ ਕਵੈਦ ਜਿਹੜਾ ਹੈ ਉਹ ਰੋਗੀਆਂ ਦੇ ਜੀਵਨ ਦੇ ਬਚਾਓ ਦਾ ਕਾਰਨ ਤੇ ਸਾਧਨ ਬਣ ਜਾਂਦਾ ਹੈ। ਕਿੰਨੇ ਰੋਗੀ, ਕਿੰਨੇ ਇਫੈਕਟਡ ਲੋਕ ਜਿਹੜੇ ਨੇ, ਉਹ ਇੱਕ ਡਾਕਟਰ ਜਿਹੜਾ ਹੈ ਉਹਨਾਂ ਦੇ ਲਈ ਇੱਕ ਸਾਧਨ ਬਣ ਕੇ ਉਹਨਾਂ ਦੀ ਤੰਦਰੁਸਤੀ ਦਾ ਕਾਰਨ ਬਣਦਾ ਹੈ, ਕਿਉਂਕਿ ਉਹਦੇ ਕੋਲ ਹੁਨਰ ਹੈ, ਉਹਦਾ ਹੁਨਰ ਦੂਜਿਆਂ ਦੇ ਕੰਮ ਆ ਗਿਆ। ਜਿਹੜੇ ਜੀਵ ਆਦਰਸ਼ਕ, ਜਿਨ੍ਹਾਂ ਨੂੰ ਅਸੀਂ ਭਗਤ ਕਹਿੰਦੇ ਆ ਨਾ, ਬਾਣੀ 'ਚ ਗੁਰਮੁਖ ਕਹਿੰਦੇ ਆ, ਉਹ ਵੀ ਇਸੇ ਤਰ੍ਹਾਂ ਦੇ ਹੀ ਹੁੰਦੇ ਨੇ। ਅਸੀਂ ਜਿਸ ਵੇਲੇ ਸੰਸਾਰ ਦੇ ਭਵਰ ਤੇ ਬੁਰਾਈਆਂ ਦਾ ਜ਼ਿਕਰ ਕਰਦੇ ਹਾਂ ਤਾਂ ਫਿਰ ਬਚਿਆ ਕਿਵੇਂ ਜਾਏ, ਉਦਾਹਰਣ ਉਹਨਾਂ ਦੀ ਲਈ ਜਾਂਦੀ ਹੈ। ਉਹਨਾਂ ਦੇ ਜੀਵਨ ਦੀ ਚਰਚਾ ਕੀਤੀ ਜਾਂਦੀ ਹੈ, ਉਹਨਾਂ ਦੇ ਉਪਦੇਸ਼ ਸੁਣੇ ਜਾਂਦੇ ਨੇ, ਉਹਨਾਂ ਦੀ ਸੰਗਤ ਮਾਣੀ ਜਾਂਦੀ ਹੈ, ਉਹਨਾਂ ਲੋਕਾਂ ਵੱਲ ਵੇਖਿਆ ਜਾਂਦਾ ਹੈ, ਉਹਨਾਂ ਤੋਂ ਸਿੱਖਿਆ ਜਾਂਦਾ ਹੈ, ਉਹਨਾਂ ਤੋਂ ਗ੍ਰਹਿਣ ਕੀਤਾ ਜਾਂਦਾ ਹੈ। ਉਹਨਾਂ ਦੀ ਸ਼ੋਭਾ ਕਰਨ ਦੇ ਪਿੱਛੇ ਮੰਤਵ ਵੀ ਇਹੀ ਹੁੰਦਾ ਹੈ। ਤੇ ਫਿਰ ਸਾਨੂੰ ਹੌਸਲਾ ਹੁੰਦਾ ਹੈ ਵੀ ਉਹਨਾਂ ਮਨੁੱਖਾਂ ਦਾ ਜੀਵਨ ਵਿੱਚ ਆਹ ਗੁਣ ਸੀ, ਤੇ ਇਹ ਜੇ ਸਾਡੇ ਜੀਵਨ ਵਿੱਚ ਵੀ ਇਹ ਬਰਕਤ ਆ ਜਾਏ, ਬਖਸ਼ਿਸ਼ ਆ ਜਾਏ, ਤੇ ਸਾਡਾ ਵੀ ਭਲਾ ਹੋ ਸਕੇ। ਆਪ ਤਰੇ ਸਗਲੇ ਕੁਲ ਤਾਰੇ, ਹਰ ਦਰਗਾਹ ਪਤ ਸਿਉ ਜਾਏ। ਉਹਨੂੰ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਉਹ ਆਪ ਵੀ ਉਧਰਦੇ ਹਨ ਤੇ ਦੂਜਿਆਂ ਦੇ ਉਧਾਰ, ਦੂਜਿਆਂ ਦੇ ਭਲੇ ਦਾ ਵੀ ਕਾਰਨ ਬਣ ਜਾਂਦੇ ਨੇ। ਸਾਹਿਬ ਸਤਿਗੁਰੂ ਪਾਤਸ਼ਾਹ ਜੀ ਅੱਗੇ ਫਰਮਾਉਂਦੇ ਨੇ, ਜਿਉ ਸੁਪਨਾ ਅਰ ਪੇਖਨਾ ਐਸੇ ਜਗ ਕੋ ਜਾਨ, ਇਨ ਮੈਂ ਕਛ ਸਾਚੋ ਨਹੀਂ, ਨਾਨਕ ਬਿਨ ਭਗਵਾਨ। ਸਤਿਗੁਰੂ ਹੁਣ ਇਸ ਜਗਤ ਦੀ ਜੋ ਪਸਾਰਾ ਹੈ, ਜੋ ਸਮੁੱਚਾ ਜੋ ਨਜ਼ਰ ਆ ਰਿਹਾ ਹੈ, ਜੋ ਮਹਿਸੂਸ ਹੋ ਰਿਹਾ, ਜੋ ਕੁਝ ਵੀ ਹੈ, ਇਸ ਦੀ ਸੱਚਾਈ ਤੋਂ ਅਵਗਤ ਜਾਣੂ ਕਰਾਰ। ਜੋ ਸੁਪਨਾ ਰਪੇਖਣਾ, ਜਿਵੇਂ ਸੁਪਨੇ ਵਿੱਚ ਅਸੀਂ ਕੁਝ ਵੇਖਦੇ ਹਾਂ, ਕੋਈ ਦ੍ਰਿਸ਼ ਵੇਖਦੇ ਹਾਂ, ਜਿਉ ਸੁਪਨਾ ਰਪੇਖਣਾ, ਜਿਵੇਂ ਸੁਪਨੇ ਵਿੱਚ ਔਰ ਵੇਖਿਆ ਜਾਂਦਾ ਹੈ ਕੁਝ। ਇਸ ਦਾ ਭਾਵ ਹੈ ਜਿਵੇਂ ਸੁਪਨੇ ਵਿੱਚ ਔਰ ਕੁਝ ਨਾ ਕੁਝ ਵੇਖਿਆ ਜਾਂਦਾ ਹੈ, ਕੋਈ ਦ੍ਰਿਸ਼ ਵੇਖਿਆ, ਕੋਈ ਪਦਾਰਥ ਵੇਖੇ, ਜੋ ਵੀ ਅਸੀਂ ਸੁਪਨੇ 'ਚ ਤੱਕਦੇ ਹਾਂ, ਜਦੋਂ ਸਾਡੀ ਅੱਖ ਖੁੱਲ੍ਹ ਜਾਂਦੀ ਹੈ, ਜਾਗ ਆ ਜਾਂਦੀ ਹੈ, ਉਹ ਦ੍ਰਿਸ਼ ਉਦੋਂ ਵੀ ਹੁੰਦਾ ਨਹੀਂ ਹੁੰਦਾ, ਉਹ ਅਲੋਪ ਹੋ ਜਾਂਦਾ ਨਾਲ, ਅੱਖ ਖੁੱਲ੍ਹਦੇ ਹੀ ਅਲੋਪ ਹੋ ਜਾਂਦਾ। ਸਤਿਗੁਰੂ ਕਹਿੰਦੇ ਐਸੇ ਜਗ ਕੋ ਜਾਣ। ਜਗਤ ਨੂੰ, ਦੁਨੀਆ ਨੂੰ ਵੀ ਇਸੇ ਤਰ੍ਹਾਂ ਦਾ ਸਮਝ ਵੀ ਉਹਨਾਂ ਚਿਰ ਹੈ ਸੰਬੰਧ, ਰਿਲੇਸ਼ਨ, ਚੀਜ਼ਾਂ, ਸੁੱਖ, ਸੰਪਦਾ, ਸਹੂਲਤਾਂ, ਸਭ ਕੁਝ ਉਹਨਾਂ ਚਿਰ ਹੈ ਜਿੰਨਾ ਚਿਰ ਤੇਰੇ 'ਚ ਪ੍ਰਾਣ ਨੇ, ਸਾਹ ਨੇ। ਜਦੋਂ ਸਾਹ ਨਿਕਲ ਗਏ, ਯਾਨੀ ਕਿ ਜੀਵਨ ਦੀ ਸਮਾਪਤੀ ਹੋ ਗਈ, ਫਿਜ਼ੀਕਲੀ ਸਾਰਾ ਕੁਝ ਖਤਮ ਹੋ ਜਾਏਗਾ, ਸੰਬੰਧ ਟੁੱਟ ਜਾਣਗੇ, ਸਹੂਲਤਾਂ ਦੀ ਕੋਈ ਕੀਮਤ ਤੇਰੇ ਲਈ ਨਹੀਂ ਰਹੇਗੀ। ਹਰ ਚੀਜ਼ ਆਪਣੇ ਆਪਣੇ ਜਗ੍ਹਾ ਦੇ ਉੱਤੇ ਇਸੇ ਤਰੀਕੇ ਨਾਲ ਹੀ ਹੋਏਗੀ, ਪਰ ਤੂੰ ਉਹਨਾਂ ਨੂੰ ਮਾਣ ਨਹੀਂ ਸਕੇਂਗਾ। ਸੁਪਨੇ ਦੀ ਨਿਆਈ ਉਹ ਦ੍ਰਿਸ਼ ਹੈ ਜਿੰਨਾ ਚਿਰ ਤੇਰੇ ਅੰਦਰ ਸਾਹ ਚੱਲਦੇ ਨੇ, ਜਿੰਨਾ ਚਿਰ ਤੇਰੀ ਜੀਵਨ ਰੌਂ ਚੱਲਦੀ ਹੈ, ਜਦੋਂ
ਜੀਵਨ ਲੀਲਾ ਸਮਾਪਤ ਹੋ ਜਾਂਦੀ ਏ, ਖੇਡ ਮੁੱਕ ਜਾਂਦੀ, ਉਸ ਵੇਲੇ ਸਾਰਾ ਕੁਝ ਤੇਰੇ ਲਈ ਖਤਮ ਹੋ ਜਾਂਦਾ ਹੈ, ਤੇਰੇ ਲਈ ਸਭ ਕੁਝ ਫਨਾ ਹੋ ਜਾਂਦਾ। ਇਸੇ ਲਈ ਹਜ਼ੂਰ ਕਹਿੰਦੇ ਬੰਦੇ ਚਸ਼ਮ ਦੀਦਮ ਫਾਨਾ ਹੈ। ਦੀਦਮ ਮਤਲਬ ਆਪਣੀਆਂ ਅੱਖਾਂ ਨਾਲ ਦੇਖ, ਦੀਦ ਕਰ, ਚਸ਼ਮ ਮਤਲਬ ਅੱਖਾਂ ਦੇ ਨਾਲ ਕੀ ਵੇਖ, ਵਿਚਾਰ ਕਰ, ਫਨਾਏ, ਸਭ ਕੁਝ ਫਨਾ ਹੋ ਜਾਣ ਵਾਲਾ ਹੈ, ਖਤਮ ਹੋ ਜਾਣ ਵਾਲਾ ਹੈ। ਸਤਿਗੁਰੂ ਫਰਮਾਉਂਦੇ ਨੇ ਇਨਮੈ ਕਛ ਸਾਚੋ ਨਹੀਂ ਨਾਨਕ ਬਿਨ ਭਗਵਾਨ। ਬਿਨਾਂ ਭਗਵਾਨ ਤੋਂ, ਬਿਨਾਂ ਸਿਰਜਣ ਸੱਤਾ ਤੋਂ, ਬਿਨਾਂ ਪਰਮੇਸ਼ਰੀ ਸੱਤਾ ਤੋਂ ਕੋਈ ਚੀਜ਼ ਵੀ ਸਦੀਵ ਕਾਲ ਥਿਰ ਨਹੀਂ ਹੈ, ਕੋਈ ਚੀਜ਼ ਵੀ ਕਾਇਮ ਰਹਿਣ ਵਾਲੀ ਨਹੀਂ ਹੈ। ਹਰ ਚੀਜ਼ ਸਫਰ ਵਿੱਚ ਹੈ। ਦਿਨ ਰਵ ਚੱਲੈ, ਨਿਸ ਸੱਸ ਚੱਲੈ, ਤਾਰਿਕਾ ਲਖ ਪਲੋਏ, ਮੁਕਾਮ ਉਹੀ ਏਕ ਹੈ ਨਾਨਕਾ ਸੱਚ ਬੋਲ। ਮਹਾਰਾਜ ਕਹਿੰਦੇ ਨੇ ਹਰ ਚੀਜ਼ ਆਪਣਾ ਰੂਪ ਵਟਾ ਰਹੀ ਹੈ, ਹਰ ਚੀਜ਼ ਟੁੱਟ ਰਹੀ ਹੈ, ਖਤਮ ਹੋ ਰਹੀ ਹੈ, ਉਹਦੀ ਜਗ੍ਹਾ ਨਵੀਂ ਆ ਰਹੀ, ਰਿਪਲੇਸਮੈਂਟ ਚੱਲ ਰਹੀ ਹੈ। ਪ੍ਰੋਸੈਸ ਖੌਰੇ ਕਦੋਂ ਦਾ ਚੱਲ ਰਿਹਾ ਤੇ ਕਦੋਂ ਤੱਕ ਚੱਲੇਗਾ, ਇਹ ਚੱਲਦਾ ਹੀ ਰਹੇਗਾ। ਇਹ ਨਾ ਮੁੱਕਣ ਵਾਲਾ ਸਿਲਸਿਲਾ ਹੈ। ਪਰ ਇੱਥੇ ਕੋਈ ਚੀਜ਼ ਆਪਣੇ ਵਜੂਦ ਵਿੱਚ ਉਸੇ ਤਰ੍ਹਾਂ ਦੀ ਕਦੇ ਨਹੀਂ ਰਹਿੰਦੀ, ਉਹਦੇ ਵਿੱਚ ਪਰਿਵਰਤਨ ਤੇ ਤਬਦੀਲੀ ਲਗਾਤਾਰ ਵਾਪਰਦੀ ਹੈ। ਕਛ ਸਾਚੋ ਨਹੀਂ, ਜੇ ਕੋਈ ਚੀਜ਼ ਪਰਿਵਰਤਨਸ਼ੀਲ ਨਹੀਂ ਹੈ, ਜੇ ਕੋਈ ਚੀਜ਼ ਮਰਨ ਮੁੱਕਣ ਵਾਲੀ ਨਹੀਂ ਹੈ, ਤੇ ਉਹ ਕੇਵਲ ਇੱਕ ਸੱਤਾ ਹੈ, ਨਾਨਕ ਬਿਨ ਭਗਵਾਨ। ਤੋ ਸਾਹਿਬ ਸਤਿਗੁਰੂ ਮਹਾਰਾਜ ਆਖਦੇ ਨੇ ਨਿਸ ਦਿਨ ਮਾਇਆ ਕਾਰਨੇ ਪ੍ਰਾਨੀ ਡੋਲਤ ਨੀਤ, ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਨਿਸ ਤੋਂ ਭਾਵ ਹੈ ਰਾਤ, ਦਿਨ, ਦਿਨ ਰਾਤ, ਹਰ ਵੇਲੇ ਕੰਟੀਨਿਊ, ਲਗਾਤਾਰ। ਪਾਤਸ਼ਾਹ ਕਹਿੰਦੇ ਨੇ ਮਾਇਆ ਕਾਰਨ ਹੈ, ਪਦਾਰਥਾਂ ਕਾਰਨ, ਪਦਾਰਥ ਦੀ ਖਿੱਚ ਦੇ ਕਾਰਨ। ਪ੍ਰਾਨੀ ਡੋਲਤ ਨੀਤ, ਡੋਲਦਾ ਹੈ। ਤੇ ਸਤਿਗੁਰੂ ਪਦਾਰਥ ਦੀ ਮਹੱਤਤਾ ਨੂੰ ਨਹੀਂ ਤਿਆਗ ਰਿਹਾ, ਯਾਨੀ ਕਿ ਪਦਾਰਥ ਦੀ ਮਹੱਤਤਾ ਤੋਂ ਮੁਨਕਰ ਨਹੀਂ ਹੋ ਰਿਹਾ, ਜਾਂ ਮੁਨਕਰ ਹੋਣ ਦੀ ਪ੍ਰੇਰਨਾ ਨਹੀਂ ਕਰ ਰਿਹਾ, ਮਨੁੱਖ ਦੀ ਸਥਿਤੀ ਦੱਸ ਰਿਹਾ ਹੈ। ਕਈ ਵਾਰ ਅਸੀਂ ਸ਼ਬਦਾਂ ਦੇ ਭਾਵ ਨੂੰ ਗ੍ਰਹਿਣ ਕੀਤੇ ਬਿਨਾਂ ਕਹਿ ਦਿੰਦੇ ਹਾਂ ਵੀ ਕਿਵੇਂ ਸੰਭਵ ਹੈ। ਪਦਾਰਥ ਤੇ ਪਦਾਰਥ ਹੀ ਹੈ, ਉਹਨੂੰ ਵੇਖ ਕੇ ਜਦੋਂ ਮੈਂ ਡੋਲਦਾ ਤੇ ਉਹ ਮੇਰੀ ਸਿਚੁਏਸ਼ਨ ਹੈ, ਪਦਾਰਥ ਦੀ ਨਹੀਂ ਹੈ, ਵਸਤੂ ਦੀ ਨਹੀਂ ਹੈ। ਸਤਿਗੁਰੂ ਕਹਿੰਦੇ ਨੇ ਨੇਸ ਦਿਨ ਮਾਇਆ ਕਾਰਨੇ, ਪਦਾਰਥਾਂ ਦੇ ਕਾਰਨ ਪ੍ਰਾਨੀ ਡੋਲਤ ਨੀਤ, ਮਨੁੱਖ ਪ੍ਰਾਣੀ ਡੋਲਦਾ ਹੈ ਨਿਤ, ਹਰ ਵੇਲੇ ਭਟਕਦਾ ਹੈ। ਉਹਦੀ ਅੰਦਰ ਭਟਕਣਾ ਬਣੀ ਰਹਿੰਦੀ ਹੈ, ਉਹ ਸੈਟਿਸਫਾਈ ਨਹੀਂ, ਜੋ ਹੈ ਉਹਦੇ ਵਿੱਚ ਸੰਤੁਸ਼ਟ ਨਹੀਂ, ਜੋ ਹੈ ਨਹੀਂ, ਜੋ ਜਿਹਦੇ ਬਾਰੇ ਉਹ ਸੁਣਦਾ ਹੈ, ਜਿਹਦੇ ਬਾਰੇ ਉਹ ਵੇਖਦਾ ਹੈ, ਜਿਹਦੇ ਬਾਰੇ ਉਹ ਪੜ੍ਹਦਾ ਹੈ, ਯਾਨੀ ਕਿ ਕਿਸੇ ਵੀ ਤਰੀਕੇ ਨਾਲ ਪਦਾਰਥ ਦੇ ਪ੍ਰਤੀ ਉਹਦੀ ਇਹੋ ਜਿਹੀ ਖਿੱਚ ਬਣੀ ਹੋਈ ਹੈ ਵੀ ਜੋ ਹੁੰਦਾ ਉਹਨੂੰ ਮਾਣ ਨਹੀਂ ਪਾਉਂਦਾ, ਜੋ ਹੈ ਹੀ ਨਹੀਂ ਉਹਦੇ ਨਾ ਹੋਣ ਦੀ ਤਕਲੀਫ ਤੇ ਭਟਕਣਾ ਦੇ ਵਿੱਚ ਸਦਾ ਜੀਂਦਾ ਹੈ। ਉਹਨੂੰ ਕਹਿੰਦੇ ਨੇ ਪਦਾਰਥ ਦੀ ਖਾਤਰ ਭਟਕਣਾ। ਜੋ ਹੈ ਉਹਦੇ ਵਿੱਚ ਵੀ ਭਟਕ ਸਕਦਾ ਹੈ ਮਨੁੱਖ, ਤੇ ਜੋ ਨਹੀਂ ਹੈ ਉਹਦੇ ਵਿੱਚ ਜ਼ਿਆਦਾ ਭਟਕਦਾ ਹੈ ਕਈ ਵਾਰ। ਤੇ ਜਿੱਥੇ ਭਟਕਣਾ ਦਾ ਕਾਰਨ ਪਦਾਰਥ ਹੈ, ਸਤਿਗੁਰੂ ਪਾਤਸ਼ਾਹ ਕਹਿੰਦੇ ਨੇ ਨਿਸ ਦਿਨ ਮਾਇਆ ਕਾਰਣੇ ਪ੍ਰਾਨੀ ਡੋਲਤ ਨੀਤ, ਕੋਟਨ ਮੈਂ ਨਾਨਕ ਕੋ ਨਾਰਾਇਣ ਜਿਹ ਚੀਤ। ਕਰੋੜਾਂ ਵਿੱਚ, ਭਾਵ ਬਹੁਤਾਤ ਲੋਕਾਂ ਵਿੱਚ ਕੋਈ ਵਿਰਲਾ ਹੈ, ਅਜਿਹੀ ਸਥਿਤੀ ਵਿੱਚ ਜੀਣ ਵਾਲੇ ਲੋਕਾਂ ਵਿੱਚੋਂ ਕੋਈ ਵਿਰਲਾ ਹੈ ਜਿਨ੍ਹਾਂ ਦੇ ਚਿੱਤ ਵਿੱਚ ਨਾਰਾਇਣ ਪਰਮੇਸ਼ਰ ਅਕਾਲ ਪੁਰਖ ਹੈ, ਪਰਮੇਸ਼ਰ ਹੈ, ਜਿਨ੍ਹਾਂ ਦੇ ਚਿੱਤ ਦੀ ਭਟਕਣਾ ਮੁੱਕ ਗਈ ਹੈ, ਪਦਾਰਥਕ ਭਟਕਣਾ ਤੋਂ ਜਿਹੜੇ ਮੁਕਤ ਹੋ ਗਏ ਹਨ। ਜੋ ਹੈ, ਜਿਸ ਨੂੰ ਗੁਰੂ ਸਾਹਿਬ ਨੇ ਬਾਣੀ 'ਚ ਕਹਿੰਦਾ ਦੋਹੋਂ ਵਿਵਸਥਾ ਤੇ ਜੋ ਮੁਕਤਾ, ਸੋਈ ਸੁਹੇਲਾ ਪਹਾੜੀ। ਬਹੁਤਾ ਵੀ ਹੋ ਸਕਦਾ, ਥੋੜ੍ਹਾ ਵੀ ਹੋ ਸਕਦਾ। ਜੀਵਨ ਦੇ ਸਫ਼ਰ ਵਿੱਚ ਇਹ ਪੋਸੀਬਿਲਿਟੀ, ਸੰਭਾਵਨਾ ਸਦਾ ਹੀ ਹੈ ਵੀ ਕਦੇ ਥੋੜ੍ਹਾ ਹੈ, ਕਦੇ ਬਹੁਤ ਹੈ। ਪਰ ਗੁਰੂ ਅਰਜਨ ਸਾਹਿਬ ਮਹਾਰਾਜ ਨੇ ਕਿਹਾ ਦੋਹਾਂ ਵਿਵਸਥਾ ਤੇ ਜੋ ਮੁਕਤ ਹੈ, ਜਿਹੜਾ ਦੋਹਾਂ ਭਟਕਣਾ ਤੇ ਚਿੰਤਾ ਦੋਵਾਂ ਤੋਂ ਮੁਕਤ ਹੈ, ਸੋਈ ਸੁਹੇਲਾ, ਸੁਖੀ ਹੋਏ। ਉਹਦੇ ਸੁੱਖ ਦਾ ਸਾਧਨ ਉਹਦੇ ਮਨ ਦੀ ਸੈਟਿਸਫੈਕਸ਼ਨ ਹੈ, ਮਨ ਦੀ ਸੰਤੁਸ਼ਟੀ ਹੈ, ਮਨ ਦਾ ਟਿਕਾਓ ਹੈ।
ਸਾਹਿਬ ਕਿਰਪਾ ਕਰਨ। ਜੋ ਉਪਦੇਸ਼ ਮਹਾਰਾਜ ਨੇ ਇਹਨਾਂ ਸਲੋਕਾਂ ਵਿੱਚ ਸਾਨੂੰ ਬਖਸ਼ਿਸ਼ ਕੀਤਾ ਹੈ, ਇਹ ਸਾਡੇ ਜੀਵਨ ਦਾ ਆਧਾਰ ਬਣੇ। ਆਪਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ, ਜਿਨ੍ਹਾਂ ਦੀ ਬਰਸੀ ਵੀ ਹੈ, ਉਹਨਾਂ ਦੇ ਮਹਾਨ ਜੀਵਨ ਨੂੰ ਵੀ ਆਪਾਂ ਯਾਦ ਕਰਾਂਗੇ ਕੱਲ੍ਹ ਦੇ ਦੀਵਾਨਾਂ ਵਿੱਚ, ਤੇ ਇਹਨਾਂ ਦੇ ਜੀਵਨ ਪ੍ਰਤੀ ਵੀ ਵਿਚਾਰ ਸਾਂਝੇ ਕਰਨ ਦਾ ਯਤਨ ਕਰਾਂਗੇ। ਪੰਜਾਬ ਦਾ ਇੱਕ ਸ਼ਾਇਰ ਹੋਇਆ ਜਿਸ ਨੇ ਮਹਾਰਾਜਾ ਰਣਜੀਤ ਸਿੰਘ ਜੀ ਦੇ ਬਾਅਦ ਵਿੱਚ ਹੋਈਆਂ ਜੰਗਾਂ ਜਿਹੜੀਆਂ ਨੇ ਅੰਗਰੇਜ਼ਾਂ ਦੇ ਨਾਲ 1839 ਵਿੱਚ ਸ਼ੇਰੇ ਪੰਜਾਬ ਚਲਾਣਾ ਕਰ ਗਏ ਸਨ। ਪੰਜਾਬ ਦੇ ਪੁਰਾਣੇ ਬਜ਼ੁਰਗ ਕਿਹਾ ਕਰਦੇ ਸਨ, ਕਹਿੰਦੇ ਨੇ ਵੀ ਕਿਸੇ ਕੁਨਬੇ ਜਾਂ ਪਰਿਵਾਰ ਦੀ ਤਰੱਕੀ ਕਈ ਵਾਰ ਕੁਝ ਬੰਦਿਆਂ ਦੇ ਨਾਲ ਬੱਝੀ ਹੁੰਦੀ ਹੈ। ਉਹਨਾਂ ਬੰਦਿਆਂ ਦਾ ਹੋਣਾ ਕਿਸੇ ਕੌਮ ਜਾਂ ਸਮਾਜ ਲਈ ਜਾਂ ਕਿਸੇ ਕੁਨਬੇ ਤੇ ਪਰਿਵਾਰ ਲਈ ਬੜਾ ਸੁਲੱਖਣਾ ਤੇ ਸੁਭਾਗਾ ਜਿਹਾ ਹੁੰਦਾ ਹੈ। ਕੁਝ ਬੰਦੇ ਜਦੋਂ ਜਹਾਨੋਂ ਤੁਰ ਜਾਣ ਤੇ ਕਈ ਪਰਿਵਾਰ ਰੁਲ ਜਾਂਦੇ ਨੇ। ਦਰਅਸਲ ਉਹਨਾਂ ਦੀ ਯੋਗਤਾ ਜਿਹੜੀ ਹੁੰਦੀ ਉਹ ਐਡੀ ਉੱਚੀ ਹੁੰਦੀ ਹੈ ਵੀ ਉਹ ਸਾਰੇ ਕੁਨਬੇ ਨੂੰ, ਪਰਿਵਾਰ ਨੂੰ, ਖਾਨਦਾਨ ਨੂੰ ਸਿਖਰਾਂ 'ਤੇ ਲੈ ਜਾਂਦੀ, ਤੇ ਉਹਨਾਂ ਦੀ ਗੈਰ ਮੌਜੂਦਗੀ ਤਬਾਹੀ ਸਿਰਜ ਦਿੰਦੀ। ਸ਼ੇਰੇ ਪੰਜਾਬ ਇੱਕ ਐਸੇ ਹਾਲਾਤ ਵਿੱਚ ਪੈਦਾ ਹੋਏ ਸ਼ਖਸ ਸਨ ਜਿਨ੍ਹਾਂ ਨੇ ਬੜੇ ਜ਼ਮੀਨੀ ਪੱਧਰ ਤੋਂ ਉੱਠ ਕੇ ਇੱਕ ਵਿਸ਼ਾਲ ਸਿੱਖ ਰਾਜ ਸਥਾਪਿਤ ਕੀਤਾ ਸੀ। ਸ਼ਾਹ ਮੁਹੰਮਦਾ ਜਾਣ 50 ਬਰਸਾਂ ਅੱਛਾ ਰੱਜ ਕੇ ਰਾਜ ਕਮਾਏ ਗਿਆ। ਸ਼ੇਰੇ ਪੰਜਾਬ ਦੇ ਅੱਖਾਂ ਮੀਟਣ ਤੋਂ ਤਕਰੀਬਨ 10 ਸਾਲਾਂ ਦੇ ਅੰਦਰ ਅੰਦਰ ਅਸੀਂ ਬ੍ਰਿਟਿਸ਼ ਰਾਜ ਦੇ ਗੁਲਾਮ ਹੋ ਗਏ ਸਾਂ, ਔਰ ਖਾਲਸਾਈ ਨਿਸ਼ਾਨ ਦੀ ਜਗ੍ਹਾ ਦੇ ਉੱਤੇ ਬ੍ਰਿਟਿਸ਼ ਰਾਜ ਦਾ ਨਿਸ਼ਾਨ ਯੂਨੀਅਨ ਜੈਕ ਦਾ ਝੰਡਾ ਜਿਹੜਾ ਸੀ ਉਹਨੇ ਪੰਜਾਬ ਦੀ ਸਰਜ਼ਮੀਨ 'ਤੇ ਥਾਂ ਪਾ ਲਈ ਸੀ। ਇਸੇ ਨੂੰ ਗਿਆਨੀ ਸੋਹਣ ਸਿੰਘ ਸੀਤਲ ਹੋਣਾ ਨੇ ਲਿਖਿਆ ਕਿ ਇਕੱਲਾ ਸ਼ੇਰ ਨਹੀਂ ਚਿਖਾ ਦੇ ਵਿੱਚ ਸੜਿਆ, ਸੜ ਗਈ ਨਾਲ ਤਕਦੀਰ ਪੰਜਾਬੀਆਂ ਦੀ। ਪੰਜਾਬ ਦਾ ਨਕਸ਼ਾ ਚੁੱਕ ਕੇ ਵੇਖਣਾ, 1839 ਤੱਕ ਜਿੱਡਾ ਵੱਡਾ ਪੰਜਾਬ ਮਹਾਰਾਜਾ ਰਣਜੀਤ ਸਿੰਘ ਨੇ ਬਣਾਇਆ, ਤਾਰੀਖ ਰਾਜਨੀਤੀ ਦੀ ਤਾਰੀਖ ਵਿੱਚ ਐਡਾ ਵੱਡਾ ਪੰਜਾਬ ਨਾ ਇਸ ਤੋਂ ਪਹਿਲਾਂ ਕੋਈ ਬਣਾ ਸਕਿਆ, ਨਾ ਇਸ ਤੋਂ ਬਾਅਦ ਵਿੱਚ ਤਾਂ ਪੰਜਾਬ ਹੀ ਨਾ ਰਿਹਾ। ਢਾਈ ਦਰਿਆਵਾਂ ਦੀ ਵੰਡ ਦੇ ਨਾਲ ਉਹ ਪੰਜਾਬ ਇੰਨਾ ਖੰਡਿਤ ਹੋਇਆ ਕਿ ਇੱਕ ਛੋਟੀ ਸਟੇਟਾਂ ਜਿਹੜੀਆਂ ਨੇ ਉਹ ਬਣ ਕੇ ਰਹਿ ਗਈਆਂ। ਗੁਰੂ ਕਿਰਪਾ ਕਰੇ ਅਸੀਂ ਸਤਿਗੁਰੂ ਦੇ ਚਰਨਾਂ 'ਚ ਅਰਦਾਸ ਕਰੀਏ, ਜਿੱਥੇ ਐਸੇ ਮਹਾਨ ਲੋਕਾਂ ਨੂੰ ਯਾਦ ਕਰਨਾ ਸਾਡਾ ਕਰਤੱਵ ਤੇ ਫਰਜ਼ ਹੈ, ਜਿਨ੍ਹਾਂ ਨੇ ਸਾਨੂੰ ਐਡੀ ਵੱਡੀ ਵਿਰਾਸਤ ਤੇ ਤਾਰੀਖ ਦਿੱਤੀ ਹੈ। ਉੱਥੇ ਵੀ ਅਰਦਾਸ ਆਪਾਂ ਕਰਨੀ ਹੈ ਵੀ ਜੋ ਭੁੱਲਾਂ ਪਿਛਲੇ ਯੁੱਗ ਵਿੱਚ ਅਸੀਂ ਕੀਤੀਆਂ ਨੇ ਉਹ ਅੱਗੇ ਨਾ ਦੁਹਰਾਈਆਂ ਜਾ ਸਕਣ। ਗੁਰੂ ਗ੍ਰੰਥ ਸਾਹਿਬ ਮਹਾਰਾਜ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣ। ਆਪ ਸਭਨਾਂ ਦਾ ਧੰਨਵਾਦ। ਅਦਬ ਸਹਿਤ ਗੁਰੂ ਫਤਿਹ ਨਾਲ ਸਾਂਝ ਬਣਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।